इस चैनल को सब्सक्राइब करें और घंटा दबाना ना भूलें। तुम ही तो हो, कर उसका पाक रखना, वो भी तुम ही तो हो, वो भी तुम ही तो हो। मंदिर खुदाए पाक का प्यारो तुम ही तो हो, घर उसका पाक रखना, वो भी तुम ही तो हो, वो भी तुम ही तो हो। अंधकार इस जहान का। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਕਿਰਪਾਲੂ ਮਿਹਰਬਾਨ ਪ੍ਰਭੂ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਹੈ। ਨਿਤ ਪ੍ਰਤੀ ਦਿਨ ਸਾਨੂੰ ਆਪਣੀ ਦੇਹ ਦੇ ਵਿੱਚ ਆਪ ਦੀ ਭਗਤੀ ਕਰਨ ਦੇ ਲਈ ਸਾਨੂੰ ਪ੍ਰੇਰਿਤ ਕਰਦਾ ਹੈ, ਤਾਂ ਕਿ ਤੇਰਾ ਨਾਮ ਸਾਡੇ ਜੀਵਨ ਵਿੱਚ ਉੱਚਾ ਹੋ ਸਕੇ ਔਰ ਤੇਰੇ ਨਾਮ ਨੂੰ ਆਦਰ ਮਾਣ ਸਮਝ। ਅੱਜ ਦੇ ਵਚਨ ਦੇ ਰਾਹੀਂ ਸਾਨੂੰ ਆਪਣੀ ਸਿੱਖਿਆ ਦੇ ਕੇ ਆਪਣੇ ਰਾਜ ਵਿੱਚ ਚਲਾ, ਤਾਂ ਕਿ ਤੇਰੀ ਮਹਿਮਾ ਹੋ ਸਕੇ। ਸਾਰਾ ਆਦਰ ਮਾਣ ਸਮਾਨ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਮੈਂ ਬਚਨ ਦਾ ਭਾਗ ਲਿਆ ਹੈ ਉਹ ਪਹਿਲਾ ਕੁਰਿੰਥੀਆਂ ਉਸ ਦਾ 6 ਅਧਿਆਏ 18 ਤੋਂ ਲੈ ਕੇ ਉਸ ਦੀ 20 ਆਇਤ ਤੱਕ ਲਿਆ। ਇੱਥੇ ਲਿਖਿਆ ਹੈ, ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਤੋਂ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ। ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਾਈ, ਤੁਹਾਡੀ ਦੇਹ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ, ਜਿਹੜੀ ਤੁਹਾਨੂੰ ਪਰਮੇਸ਼ਰ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ। ਤੁਸੀਂ ਤਾਂ ਮੁੱਲ ਲਏ ਗਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਰ ਦੀ ਵਡਿਆਈ ਕਰੋ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਸਾਡੀ ਦੇਹ ਪਵਿੱਤਰ ਆਤਮਾ ਦਾ ਮੰਦਿਰ ਹੈ। ਸਾਡੀ ਦੇਹ ਪਵਿੱਤਰ ਆਤਮਾ ਦਾ ਮੰਦਿਰ ਹੈ। ਇਸ ਵਿੱਚ ਮੈਂ ਇਹ ਖੰਡ ਲੈਣ ਦਾ ਕਾਰਨ ਸੀ ਕਿਉਂਕਿ ਪੌਲਸ ਰਸੂਲ ਜਦੋਂ ਇਹ ਕੁਰਿੰਥੀਆਂ ਦੀ ਪੱਤਰੀ ਲਿਖ ਰਿਹਾ, ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਨ ਜੋ ਪੌਲਸ ਵਿਰੋਧੀਆਂ ਦੁਆਰਾ ਮਸੀਹੀ ਆਜ਼ਾਦੀ ਸੰਬੰਧ ਇੱਕ ਦਲੀਲ ਵਜੋਂ ਇਸਤੇਮਾਲ ਕੀਤੇ ਜਾਣ ਦਾ ਹਵਾਲਾ ਪੇਸ਼ ਕਰਦਾ ਹੈ। ਉਹਨਾਂ ਸੋਚਿਆ ਕਿ ਨਾ, ਵਿਸ਼ਵਾਸੀਆਂ ਨੇ ਜਿਹੜੇ ਗਲਤ ਕੰਮ ਕਰਦੇ ਆ, ਜਿਹੜੇ ਪਰਮੇਸ਼ਰ ਦੀ ਹੈਕਲ ਨੂੰ ਮਿਸਯੂਜ਼ ਕਰਦੇ ਆ ਅਤੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਪਵਿੱਤਰ ਮੰਦਰ ਬਣਾ ਕੇ ਪੇਸ਼ ਕਰਦੇ ਆ, ਉਹਨਾਂ ਦੇ ਨਿਮਿਤ ਉਹ ਕਹਿੰਦਾ ਹੈ, ਉਹਨਾਂ ਸੋਚਿਆ ਕਿ ਉਹਨਾਂ ਕੋਲ ਜੋ ਵੀ ਉਹ ਚਾਹਣ ਉਹ ਕਰਨ ਦਾ ਅਧਿਕਾਰ ਹੈ। ਪੌਲਸ ਨੇ ਸਾਫ਼-ਸਾਫ਼ ਸਿਖਾਇਆ ਕਿ ਇੱਥੇ ਕੁਝ ਵਸਤਾਂ ਹਨ ਜੋ ਵਿਸ਼ਵਾਸੀਆਂ ਦੇ ਲਈ ਠੀਕ ਨਹੀਂ। ਜਦੋਂ ਮੈਂ ਇਸ ਕੁਰਿੰਥ ਦੀ ਪੱਤਰੀ ਨੂੰ ਪੜ੍ਹਦਾ ਹਾਂ ਤਾਂ ਵਿਸ਼ਵਾਸੀਆਂ ਦੇ ਆਤਮਿਕ ਜੀਵਨ ਦੇ ਸਿਧਾਂਤ ਨੂੰ ਬੜੇ ਸਪਸ਼ਟ ਰੀਤੀ ਨਾਲ ਪੜ੍ਹਦਾ ਹਾਂ। ਪੌਲਸ ਰਸੂਲ ਨੇ ਜਦੋਂ ਮੈਂ 18 ਆਇਤ ਨੂੰ ਪੜ੍ਹਦਾ ਤਾਂ ਲਿਖਿਆ ਹੈ ਕਿ ਹਰਾਮਕਾਰੀ ਤੋਂ ਭੱਜੋ। ਦੂਸਰੇ ਸ਼ਬਦਾਂ 'ਚ ਕਹੀਏ ਤਾਂ ਜਨਾਕਾਰੀ ਤੋਂ ਭੱਜੋ। ਕਿਉਂ ਇਹ ਪੌਲਸ ਨੂੰ ਕਹਿਣਾ ਪਿਆ? ਕਾਹਤੇ? ਕਿਉਂਕਿ ਉਹ ਸਾਨੂੰ ਵਿਸ਼ਵਾਸੀਆਂ ਨੂੰ ਇਹ ਸਿਖਾਉਂਦਾ ਹੈ ਕਿ ਸਾਡੀ ਦੇਹ ਪਵਿੱਤਰ ਆਤਮਾ ਦੀ ਹੈਕਲ ਹੈ। ਇਸ ਗੱਲ ਨੂੰ ਜੇ ਅਸੀਂ ਕਲੀਅਰਤਾ ਨਾਲ ਦੇਖੀਏ ਤਾਂ 3:16 ਦੇ ਵਿੱਚੋਂ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦਾ ਮੰਦਿਰ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ।
मेरे प्यारे अजीज, ये देह परमेश्वर का मंदिर है। ये आसानी नाल नहीं बनी है। ये देह पाप दे हथों विक चुकी सी। पाप का इसके उत्ते अख्तियार सी, पाप का इसके उत्ते अधिकार सी, और पाप ने सानू मौत दे लई खरीद लिया सी। मौत हुण साडे उत्ते राज कर रही सी। जदों असी रोमिया की पुस्तक उसका 5 अध्याय उसकी 12 आयत पढ़ते हाँ तो पौलुस रसूल इत्थे इस तरह कहता है, इसलिए जिवें एक मनुख दे राही पाप जगत विच आया अते पाप दे राही मौत आई, इसे तरह मौत सबना मनुखों विच फैल गई, इसलिए जो सबना ने पाप किया है। और इस पाप दे नाल इस शरीर मौत का घर बन गया। परमेश्वर की भगती का घर नहीं बनया, परमेश्वर की आराधना का घर नहीं बनया, परमेश्वर दे उस्तत अते महिमा का घर नहीं बनया, बुराई का घर बन गया। इस दे विच जो कुछ भी पनपदा सी, जो कुछ भी पैदा हुंदा सी, सब बुरा ही पैदा हुंदा सी और बुरा ही निकलदा सी। बाणी दे विच जदों मैं मरकुस दी अंजील उसका 7 अध्याय उसकी 21 आयत तो पढ़दा हाँ तो इत्थे साफ तौर पर लिखा है, क्योंकि मनुख दे अंदरों ये हैकल जिहड़ी परमेश्वर ने तैयार की सी पाप दे कारण भ्रष्ट हो गई। और दसदा है क्योंकि इस हैकल दे अंदरों मनुख दे मन दे विचों बुरियां बुरियां चिंतावां, जनाकारियां, चोरी, हत्या, परस्त्री गमन, लोभ, दुष्टता, छल, लुचपन, कुदृष्टि, निंदा अते अभिमान अते मूर्खता निकलती है। ये सब बुरियां गल्लां अंदरों निकलदियां ते मनुख नूं अशुद्ध करदियां, अशुद्ध करदियां हन। पाप दा शरीर घोषित करदियां हन। पाप दा शरीर घोषित होंदा है तां मौत दे नाल ये समाप्त होंदा है। पर पौलुस अगली गल भी सानू दस रहा है, अगली गल भी सानू इत्थे समझा रहा है। क्यों? क्योंकि वो की कह रहा है इस गल दे विच असीं ध्यान देना। कहता है तुसीं नहीं जानदे कि तुहाडी देह पवित्र आत्मा का मंदिर है अते जो तुहाडे विच वसिया होया है, ये तुहानू परमेश्वर वालों मिलिया है अते तुसीं अपने आप दे नहीं। क्यों? क्योंकि तुसीं मुल ले गए। इस देह नूं मुड़ परमेश्वर दा मंदिर बनाने दे लई, मुड़ परमेश्वर दे आत्मा दा वास ओदी भगती दे लई करन दे लई बनाया। उस दे लई परमेश्वर ने कीमत चुकाई इस मंदिर नूं पवित्र करन दे लई। क्यों? क्योंकि बाणी दसदी है परमेश्वर पवित्र है और जे वो पवित्र है वो कहता तुसी भी पवित्र बनो। असी अपने आप च पवित्र नहीं सी बन सकते, पर परमेश्वर ने मैनू अते आप नू पवित्र करन दे लई अपने प्यारे पुत्र दा पवित्र लहू मेरे लिए डोलिया। इस करके पहला यूहन्ना 1:7 दे विच लिखा है, यसु मसीह दा लहू साडे सारे पापां तो सानू शुद्ध करदा है, पवित्र करदा है अते परमेश्वर दी भगती दे लई सानू रच लैंदा है। मौत दे हथों छुड़ाया है तां उहने अपने पुत्र नू सलीब दे उत्ते डाया है ताकि असी उस दे बलिदान दे राही मुल खरीदे जाके परमेश्वर दी महिमा दे लई पवित्र हैकल बन जाइए। फर्स्ट पवित्र हैकल। सैकंड इस पवित्र हैकल दे विच हमेशा सच ही उदय होवे, सच ही इस दे विच पैदा होवे, सच ही इस दे विच वास करे, सच ही इसका अनुसरण बने। ये दूसरी गल है इस हैकल की। जदों असी परमेश्वर के हैकल दे विच जाते हाँ तो असी एक पवित्रता नूं देखते, दूसरे उसकी सत्यता नूं देखते। सत्यता जिहड़ी है, सच्चाई जिहड़ी है नज़र आउंदी।
ਉਹ ਛੁਪੀ ਨਹੀਂ ਔਰ ਉਹ ਸੱਚਾਈ ਮੇਰੇ ਦੇਹ ਦੇ ਵਿੱਚ ਪਰਮੇਸ਼ਰ ਪੁੱਤਰ ਦੇ ਰਾਹੀਂ ਨਜ਼ਰ ਆਉਂਦੀ ਕਿਉਂਕਿ ਉਹਨੇ ਮੈਨੂੰ ਮੁੱਲ ਖਰੀਦ ਲਿਆ ਹੈ ਆਪਣੀ ਸੱਚਾਈ ਨੂੰ ਭਗਤੀ ਦੇ ਨਾਲ ਪ੍ਰਗਟ ਕਰਨ ਦੇ ਲਈ। ਔਰ ਇਸ ਸੱਚਾਈ ਦੇ ਵਿੱਚ ਉਹ ਆਪਣੇ ਪ੍ਰੇਮ ਨੂੰ ਮੇਰੇ ਅਤੇ ਪਿਤਾ ਦੇ ਨਾਲ ਪ੍ਰਗਟ ਕਰਦਾ ਔਰ ਇਸ ਪ੍ਰੇਮ ਨੂੰ ਪ੍ਰਗਟ ਕਰਨ ਦੇ ਲਈ ਉਸਨੇ ਵਿਚੋਲੇ ਦਾ ਕੰਮ ਮੇਰੇ ਅਤੇ ਆਪ ਦੇ ਵਿੱਚ ਕੀਤਾ। ਪ੍ਰੇਮ ਆਗਿਆਕਾਰੀਤਾ ਸਿਖਾਉਂਦਾ ਹੈ, ਪ੍ਰੇਮ ਆਗਿਆਕਾਰੀਤਾ ਦੇ ਵਿੱਚ ਚੱਲਦਾ ਹੈ, ਪ੍ਰੇਮ ਆਗਿਆਕਾਰੀਤਾ ਦੇ ਵਿੱਚ ਵੱਧਦਾ ਹੈ, ਪ੍ਰੇਮ ਪਰਮੇਸ਼ਵਰ ਦੇ ਰਾਜ ਦੀ ਪਹਿਚਾਨ ਵਿੱਚ ਬਣਾਏ ਰੱਖਣ ਦੇ ਲਈ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਪਦ ਚਿੰਨ੍ਹਾਂ ਦੇ ਨਾਲ ਉਸ ਦੀ ਉન્નਤੀ ਨੂੰ ਪ੍ਰਗਟ ਕਰਦਾ ਹੈ। ਇਹ ਹੈ ਘਰ ਜਿਸ ਦੇ ਵਿੱਚ ਪਰਮੇਸ਼ਰ ਨੇ ਪ੍ਰੇਮ ਭਰਿਆ, ਇਹ ਹੈ ਘਰ ਜਿਸ ਦੇ ਵਿੱਚ ਉਸਨੇ ਸੱਚਾਈ ਭਰੀ, ਇਹ ਹੈ ਘਰ ਜਿਸ ਦੇ ਵਿੱਚ ਉਸਨੇ ਪ੍ਰੇਮ ਨੂੰ ਰੱਖ ਦਿੱਤਾ ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ, ਅਨੰਤ ਕਾਲ ਤੱਕ ਹਮੇਸ਼ਾ ਹਮੇਸ਼ਾ ਸਾਡੇ ਨਾਲ ਰਹਿਣਾ। ਇਹਦਾ ਮਤਲਬ ਇਸ ਦੇਹ ਨੂੰ ਪਵਿੱਤਰ ਆਤਮਾ ਦੀ ਹੈਕਰ ਹਮੇਸ਼ਾ ਹਮੇਸ਼ਾ ਦੇ ਲਈ ਰਚ ਲਿਆ। ਇਸ ਲਈ ਉਹ ਕਹਿੰਦਾ ਇਹ ਹੈਕਲ ਜਿਸ ਨੂੰ ਉਹਨੇ ਪਵਿੱਤਰਤਾ ਦੇ ਲਈ ਰਚ ਲਿਆ, ਜਿਸ ਨੂੰ ਸੱਚਤਾ ਦੇ ਲਈ ਰਚ ਲਿਆ, ਜਿਸ ਨੂੰ ਪ੍ਰੇਮ ਦੇ ਲਈ ਰਚ ਲਿਆ, ਉਸ ਨੂੰ ਕਹਿੰਦਾ ਹੈ ਹਰਾਮਕਾਰੀ ਤੋਂ ਬਚੋ। ਵਿਸ਼ਵਾਸੀ ਨੂੰ ਇਸ ਹੈਕਲ ਦੇ ਵਿੱਚ ਹਰਾਮਕਾਰੀ ਜਿਸ ਦੀਆਂ ਗੱਲਾਂ ਮੈਂ ਪਹਿਲਾਂ ਦੱਸ ਚੁੱਕਾ ਦੇਹ ਦੇ ਵਿੱਚ ਸੀ ਉਸ ਦੇ ਵਿੱਚ ਔਰ ਇਸ 6 ਦੇ ਵਿੱਚ ਵੀ ਉਹ ਪ੍ਰਗਟ ਕਰਦਾ ਹੈ ਜਦੋਂ 9 ਅਤੇ 10 ਆਇਤ ਨੂੰ ਪੜ੍ਹਦੇ ਕੀ ਲਿਖਿਆ, ਤੁਸੀਂ ਨਹੀਂ ਜਾਣਦੇ ਅਨਿਆਈ ਲੋਕ ਪਰਮੇਸ਼ਰ ਦੇ ਰਾਜ ਦੇ ਵਾਰਿਸ ਨਹੀਂ। ਹੁਣ ਅਸੀਂ ਪਰਮੇਸ਼ਰ ਦੇ ਮੰਦਰ ਹਾਂ ਤਾਂ ਪਰਮੇਸ਼ਰ ਦੇ ਰਾਜ ਦੇ ਵਾਰਿਸ ਹਾਂ। ਜੇ ਵਾਰਿਸ ਹਾਂ ਤਾਂ ਸਾਡੇ ਵਿੱਚ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਧੋਖਾ ਨਾ ਖਾਓ, ਵੇਸ਼ਿਆਗਾਮੀ, ਜਨਾਕਾਰ, ਨਾ ਮੂਰਤੀ ਪੂਜਕ, ਜਨਾਨੜੇ, ਨਾ ਲੁੱਚੇ, ਪੁਰਸ਼ਗਾਮੀ, ਨਾ ਚੋਰ, ਨਾ ਲੋਭੀ, ਨਾ ਪਿਆਕੜ, ਨਾ ਗਾਲੀ ਦੇਣ ਵਾਲੇ, ਨਾ ਹਨੇਰ ਕਰਨ ਵਾਲੇ, ਹੱਤਿਆਰੇ ਪਰਮੇਸ਼ਰ ਦੇ ਰਾਜ ਦੇ ਵਾਰਿਸ ਨਹੀਂ। ਔਰ ਉਹਨਾਂ ਦੇ ਵਿਖੇ ਪੌਲਸ ਰਸੂਲ ਕਹਿੰਦਾ ਹੈ ਅਜਿਹਾਂ ਦੇ ਨਾਲ ਨਾ ਤਾਂ ਸੰਗਤ ਕਰਨੀ, ਨਾ ਅਜਿਹਾਂ ਦੇ ਨਾਲ ਭੋਜਨ ਕਰਨਾ, ਖਾਣਾ ਖਾਣਾ। ਪਰਮੇਸ਼ਵਰ ਨੇ ਜਦੋਂ ਮੈਨੂੰ ਆਪਣੀ ਪਵਿੱਤਰ ਹੈਕਲ ਦੇ ਲਈ ਚੁਣ ਲਿਆ ਤਾਂ ਉਹ ਕੀ ਕਹਿੰਦਾ ਹੈ, ਜਦੋਂ ਮੈਂ ਪ੍ਰਕਾਸ਼ ਦੀ ਪੋਥੀ 3 ਦਾ ਵੀ ਪੜ੍ਹਦਾ ਹਾਂ ਤਾਂ ਉਸ ਦੇ ਵਿੱਚ ਉਹ ਕਹਿੰਦਾ ਹੈ 3 ਦਾ 20 ਦੇ ਵਿੱਚ ਕਹਿੰਦਾ ਵੇਖ ਮੈਂ ਦੁਆਰ ਉੱਤੇ ਖੜਾ ਖਟਖਟਾਉਂਦਾ ਹਾਂ, ਜੇ ਕੋਈ ਮੇਰਾ ਸ਼ਬਦ ਸੁਣ ਕੇ ਦੁਆਰ ਖੋਲ੍ਹਦਾ ਹੈ ਤਾਂ ਮੈਂ ਅੰਦਰ ਆ ਕੇ ਉਹਦੇ ਨਾਲ ਭੋਜਨ ਕਰਾਂਗਾ ਅਤੇ ਉਹ ਮੇਰੇ ਨਾਲ ਕਰੇਗਾ। ਇਹਦਾ ਮਤਲਬ ਹੁਣ ਮੇਰੇ ਇਸ ਦੇਹ ਦੇ ਵਿੱਚ ਪਰਮੇਸ਼ਵਰ ਦੀ ਸੰਗਤ ਹੈ, ਪਰਮੇਸ਼ਵਰ ਦੇ ਆਤਮਾ ਦੀ ਸੰਗਤ ਹੈ, ਪਰਮੇਸ਼ਵਰ ਪੁੱਤਰ ਯਿਸੂ ਮਸੀਹ ਦੀ ਸੰਗਤ ਹੈ। ਇਸ ਤੋਂ ਇਲਾਵਾ ਹੋਰ ਕੋਈ ਸੰਗਤ ਨਹੀਂ। ਤਲਾਕ ਦੇਣ ਵਾਲੇ ਦੇਹ ਦੇ ਨਾਲ ਜਨਾਕਾਰੀ ਦਾ ਕੰਮ ਕਰਦੇ, ਜਨਾਕਾਰੀ ਦਾ ਕੰਮ ਕਰਦੇ ਆ ਤਾਂ ਉਹ ਪਰਮੇਸ਼ਰ ਦੇ ਯੋਗ, ਭਗਤੀ ਦੇ ਯੋਗ ਨੇ। ਕਿਉਂ? ਕਿਉਂਕਿ ਬਾਣੀ ਦੇ ਵਿੱਚ ਲਿਖਿਆ, ਇੱਥੇ ਮੈਂ 5 ਦੇ ਵਿੱਚ ਹੀ ਪੜ੍ਹਿਆ, 5 ਦੀ 11 ਆਇਤ ਦੇ ਵਿੱਚ ਕੀ ਲਿਖਿਆ ਹੈ, ਜੇ ਕੋਈ ਭਰਾ ਸਦਾ ਕੇ ਜਨਾਕਾਰੀ ਕਰੇ, ਵਿਵਚਾਰੀ ਕਰੇ ਤਾਂ ਭਰਾ ਅਜਿਹੇ ਬੰਦਿਆਂ ਦੇ ਨਾਲ ਸੰਗਤ ਨਾ ਕਰੋ, ਕਿਉਂਕਿ ਉਹ ਪਰਮੇਸ਼ਵਰ ਦੀ ਦੇਹ ਨੂੰ ਜਾਣਦੇ ਹੋਏ ਵੀ ਜਨਾਹ ਦੇ ਹਵਾਲੇ ਕਰ, ਕਿਉਂਕਿ ਇਹ ਦੇਹ ਪਰਮੇਸ਼ਵਰ ਦੀ ਪਵਿੱਤਰ ਆਤਮਾ ਦੀ ਮੰਦਰ ਹੈ। ਇਸ ਦੇਹ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਨਾ ਕਰੋ। ਇਹ ਦੇਹ ਪਰਮੇਸ਼ਰ ਦਾ ਮੰਦਰ ਹੈ।
और इस देह दे विच जे असी भ्रूण हत्या करते, भ्रूण हत्या का मतलब अबॉर्शन करते, वो उस तो भी वड्डा अपराध है। तो बाणी दसदी है अजिहां दे नाल ना तो संगत करो, ना तो अजिहां दे नाल खाना खाओ। मेरे भरा, मेरा आदेश, मेरी भैन, मेरा उद्देश ये है कि मैं अजिहां दे नाल संगत नहीं करना, ना खाना, क्योंकि परमेश्वर का वचन दसदा। अजे इसे करके जो पौलुस रसूल की ये पत्री पढ़ो कुरंथ दी, उहदे विच ये गड़बड़ियां सीगियां। बहुत सारे कुरंथ दे विश्वासी, असी कुछ भी कर सकते हैं। क्यों पौलुस ने बार बार इत्थे क्या परमेश्वर दा दे, परमेश्वर दी दे, परमेश्वर दा पवित्र मंदिर है, क्योंकि उत्थे हरामकारियां चलदियां सी, उत्थे व्यभिचारी अते जनाकार हुंदे सी, उत्थे खूनी हुंदे सी। इस करके उसने किया, इस करके उसने अनुशासन इस देह दे प्रति चेतावनी रूप साडे विच धरिया। परमेश्वर की चेतावनी सी मेरे लिए, मेरे जीवन दे लिए। उसने क्या हरामकारी तो बचो। इसका सब तो अच्छा उदाहरण मैं आप दे लिए उत्पत्ति पुस्तक उसका 39:12 आप दे लिए पढ़ रहा हूँ। 39:12 इत्थे लिखिया है, तद उस स्त्री ने उसका वस्त्र फड़ के कहा मेरे नाल लेट। जना दे लिए आवाज दी गई, पर इत्थे यूसुफ ने कीता की है, मेरे नाल लेट। पर वो अपना वस्त्र उत्थे ही छड्ड के नठा अते बाहर निकल गया। कि असी अजिहे व्यक्तियों दे तो दूर हुंदे आ, उन्हां तो दूर भजदे आ, या उन्हां नाल संगत रख, जे संगत रखदे आ मेरे भाई अते भैन, तां तुसी उसते जनाह दे विच भी उसदे नाल कंप्रोमाइज करन वाले, उसदे हत्या दे विच भी तुसी इहदा मतलब उस व्यक्ति दा पाप तुहाडे उत्ते भी बनिया होया है, फिर तुहाडे नाल भी संगत करनी मेरे लिए पाप है। क्यों? क्योंकि बाणी दसदी है कि असी परमेश्वर दी पवित्र आत्मा दा हैकल है, जो परमेश्वर ने अपने पुत्र दे राही कालवरी क्रूस दे उत्ते बलिदान दे के मेरे जीवन नू पवित्र कीता है, पवित्र आत्मा दा मंदिर बनन दे लई। ये मेरी दे मेरी नहीं, क्योंकि इत्थे असी पढ़िया है, कहता है 19 दे विच तुसी ये तुहानू परमेश्वर वालों मिलिया है अते तुसी अपने आप दे नहीं। हुण मेरे जीवन दे विच किहदा हक है इस देह दे नाल? परमेश्वर दी आत्मा दा, परमेश्वर दी आत्मा। इसे करके पौलुस गलातियां 2:20 दे विच आखदा है, हुण मैं जीवित नहीं, हुण मेरे विच मसीह जीवित है, जिसने मेरे नाल प्रेम किया अते हुण जो गाहां दा जीवन मैं भोगदा हां उस दी इच्छा दे अनुसार भोगदा। इस वचन दे प्यारो, मैं इत्थे अपना संदेश समाप्त करांगा कि तुहाडी देह पवित्र आत्मा दा मंदिर है। जे पवित्र आत्मा दा मंदिर है तो इसनू पवित्र बना के रखो जब तक वो ना। जे आप दी दे पवित्र आत्मा दा मंदिर नहीं है तो अज इसनू पवित्र आत्मा दा मंदिर बनन दे लई अपने आप नू प्रभु यीशु मसीह दे प्रति समर्पित कर दो ते कहो, प्रभु मैं पापी सा, मेरे पापी दे लई इस देह नू पवित्र करन दे लई तुसी कालवरी क्रूस दे उत्ते मारे गए, दफन किए गए अते तीसरे दिन वचन के अनुसार जी उठे। हुण तुसी मेरे प्रभु हो, हुण मेरा जीवन मेरा नहीं तेरा है। इसनू अपनी इच्छा के अनुसार चला मंगदा प्रभु यीशु मसीह। तां तुहाडी देह पवित्र आत्मा दा हैकल परमेश्वर दी भगती दे लई बन जाता है, जिस दे विचों परमेश्वर दी भगती ही निकलदी है, बुराई नहीं। जिस दे विचों परमेश्वर दा प्रेम निकलदा है, नफरत नहीं।
ਜਿਸ ਦੇ ਵਿੱਚੋਂ ਪਰਮੇਸ਼ਰ ਦੀ ਸੱਚਾਈ ਨਿਕਲਦੀ ਹੈ, ਝੂਠ ਨਹੀਂ। ਇਸ ਲਈ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਪਵਿੱਤਰ ਆਤਮਾ ਦਾ ਮੰਦਰ ਹੋਣ ਦੇ ਲਈ ਸਮਰਪਿਤ ਕਰ ਦਿਓ। ਜੇ ਵਿਸ਼ਵਾਸੀ ਹੋ ਕੇ ਜਨਾਕਾਰ, ਹੱਤਿਆਰੇ ਅਤੇ ਹੋਰ ਸਰੀਰ ਦੇ ਇਸ ਪਾਪ ਦੇ ਵਿੱਚ ਸ਼ਾਮਿਲ ਹੋ, ਤਾਂ ਮੇਰੇ ਭਾਈ ਅਤੇ ਭੈਣ, ਤੁਸੀਂ ਪਰਮੇਸ਼ਰ ਦੇ ਅੱਗੇ ਉਸ ਦੇ ਨਿਆਂ ਦੇ ਲਈ ਨਿਯੁਕਤ ਹੋ ਚੁੱਕੇ ਹੋ, ਜਿਸ ਦੇ ਲਈ ਪੌਲਸ ਰਸੂਲ ਨੇ 2 ਕਰੰਥੀਆਂ 5 ਅਧਿਆਏ ਅਤੇ 10 ਆਇਤ ਦੇ ਵਿੱਚ ਨਿਯੁਕਤ ਕੀਤਾ ਹੈ। ਜੋ ਤੁਸੀਂ ਦੇਹ ਦੇ ਨਾਲ ਕੀਤਾ ਹੈ, ਉਹ ਪਰਮੇਸ਼ਰ ਦੇ ਨਿਆਂ ਦੇ ਅੱਗੇ ਤੁਹਾਨੂੰ ਉਸ ਦਾ ਨਿਆਂ ਚੁਕਾਉਣਾ। ਇਸ ਲਈ ਆਪਣੀ ਦੇਹ ਨੂੰ ਪਰਮੇਸ਼ਰ ਦੇ ਪਵਿੱਤਰ ਆਤਮਾ ਦਾ ਮੰਦਰ ਬਣਾ ਕੇ ਉਸ ਦੀ ਭਗਤੀ ਦੇ ਲਈ ਸਮਰਪਿਤ ਕਰ ਦਿਓ, ਤਾਂ ਕਿ ਪਰਮੇਸ਼ਰ ਦੀ ਮਹਿਮਾ ਤੁਹਾਡੀ ਦੇਹ ਦੇ ਵਿੱਚ ਹੋਵੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।